ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਅਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਮੇਰੇ ਰਾਮ ਨੀਚ ਕਰਮ ਅਰ ਮੇਰੇ, ਗੁਣਵੰਤਾ ਹਰ ਹਰ ਦਿਆਲ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਔਰ ਅੰਮ੍ਰਿਤਮਈ ਜੋ ਅੰਮ੍ਰਿਤ ਵੇਲਾ ਹੈ ਉਸ ਨੂੰ ਸੰਭਾਲ ਕੇ ਸਤਿਗੁਰੂ ਦੇ ਬਚਨਾਂ 'ਤੇ ਪਹਿਰਾ ਦੇ ਰਹੇ ਹੋ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਕੋਈ। ਤਿਨ ਕੀ ਧੂਰ, ਮਹਾਰਾਜ ਕਹਿੰਦੇ ਨੇ ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਦੀ ਚਰਨ ਧੂੜੀ ਵਾਸਤੇ ਸਤਿਗੁਰੂ ਲੋਚਦੇ ਹਨ। ਤੋ ਗੁਰੂ ਮਹਾਰਾਜ ਆਪ ਜੀ ਤੇ ਤਰੁੱਠ ਕੇ ਇਹ ਆਪ ਜੀ ਤੇ ਸੇਵਾ ਲੈਂਦੇ ਹਨ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਨਾਲ ਨਾਲ ਅੱਖਰੀ ਅਰਥ ਤੇ ਭਾਵ ਅਰਥ ਅਸੀਂ ਸਮਝਣ ਦਾ ਯਤਨ ਕਰੀਏ। ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣ, ਆਪ ਜੀ ਨਾਲ ਵਿਚਾਰ ਸਾਂਝ ਕਰ ਸਕੀਏ। ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ। ਸਤਿਗੁਰੂ ਇਸ ਪੌੜੀ ਦੇ ਅੰਦਰ ਬੜਾ ਹੀ ਨਵੇਕਲਾ ਸਿਧਾਂਤ ਸਾਨੂੰ ਸਮਝਾ ਰਹੇ ਨੇ। ਤੁਹਾਡੀ ਇਕਾਗਰਤਾ ਹੋਏਗੀ ਤੇ ਇਸ ਪੌੜੀ ਨੂੰ ਸਮਝਣ ਵਿੱਚ ਔਖਿਆਈ ਨਹੀਂ ਹੋਏਗੀ। ਦੇਖੋ, ਇਸ ਪੌੜੀ ਵਿੱਚ ਮਹਾਰਾਜ ਨੇ ਇਹ ਦੱਸਿਆ ਹੈ ਕਿ ਇਨਸਾਨ ਜਿਹੜੇ ਜਿਹੜੇ ਕਰਮ ਕਰਦਾ ਹੈ ਉਸ ਕਰਮਾਂ ਦੇ ਉੱਤੇ ਉਸ ਨੂੰ ਸਜ਼ਾਵਾਂ ਮਿਲਦੀਆਂ ਨੇ ਜਾਂ ਮਾਨ ਮਿਲਦਾ ਹੈ। ਜੇ ਵਜੇ ਅਸੀਂ ਸੰਸਾਰ ਵਿੱਚ ਕਰਮ ਕਰਾਂਗੇ ਉਹ ਵਜੇ ਹੀ ਸਾਨੂੰ ਫਲ ਪ੍ਰਾਪਤ ਹੋਏਗਾ। ਗੁਰੂ ਸਾਹਿਬ ਉਸ ਫਲ ਦੀ ਗੱਲ ਕਰ ਰਹੇ ਹਨ। ਜੇ ਕਿਸਾਨ ਕਣਕ ਬੋਲ ਕੇ ਤੇ ਚਾਵਲ ਦੀ ਆਸ ਕਰੇਗਾ ਉਹ ਨਹੀਂ ਹੋ ਸਕਦਾ। ਸਤਿਗੁਰੂ ਨੇ ਬੜੇ ਸੁੰਦਰ ਉਦਾਹਰਨ ਦਿੱਤੇ ਨੇ ਇਹਦੇ ਵਿੱਚ, ਔਰ ਦੁਨਿਆਵੀ ਉਦਾਹਰਨ ਨੇ। ਹਾਲਾਂਕਿ ਇਹ ਜਿਹੜੀ ਗੱਲ ਕੀਤੀ ਹੈ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ, ਹੈ ਦੁਨਿਆਵੀ, ਇਹ ਗੁਰਮਤ ਦੀ ਗੱਲ ਨਹੀਂ ਇਹਦੇ ਵਿੱਚ। ਪਰ ਦੁਨਿਆਵੀ ਉਦਾਹਰਣ ਦੇ ਕੇ ਸਤਿਗੁਰੂ ਆਪਣੀ ਗੱਲ ਨੂੰ ਸਮਝਾਉਣਾ ਚਾਹ ਰਹੇ ਨੇ। ਮੈਂ ਕਹਿੰਦਾ
ਗੁਰੂ ਨਾਨਕ ਪਾਤਸ਼ਾਹ ਵਰਗਾ ਤੁਹਾਨੂੰ ਕੋਈ ਸੰਸਾਰ ਦੇ ਵਿੱਚ ਟੀਚਰ ਨਹੀਂ ਮਿਲੇਗਾ, ਜਿਹਨੂੰ ਕਹਿ ਦੋ ਬੈਸਟ ਟੀਚਰ ਆਫ ਵਰਲਡ, ਜੋ ਸਮਝਾਉਣ ਦਾ ਇਤਨਾ, ਇੱਕ ਆਮ ਇਨਸਾਨ ਵੀ ਅਗਰ ਗੁਰਬਾਣੀ ਦੇ ਇਸ ਉਦਾਹਰਨ ਨੂੰ ਸਮਝ ਜਾਵੇ, ਕਿਉਂਕਿ ਮਹਾਰਾਜ ਆਪਣੀ ਗੱਲ ਨੂੰ ਸਮਝਾਉਣ ਵਾਸਤੇ ਦੁਨਿਆਵੀ ਗੱਲ, ਕੋਈ ਕਿਸਾਨ ਹੈ ਦੇਖੋ ਬਿਲਕੁਲ ਅਨਪੜ੍ਹ ਹੈ, ਮਹਾਰਾਜ ਨੇ ਉਹਦੇ ਵੀ ਉਦਾਹਰਨ ਦਿੱਤੇ ਹਨ, ਕਿਸੇ ਜਾਨਵਰਾਂ ਦੇ ਉਦਾਹਰਨ ਦੇ ਕੇ, ਔਰ ਬੜੇ ਸੁਖੀਲੇ ਢੰਗ ਨਾਲ ਸਾਨੂੰ ਸਮਝਾਉਣਾ ਚਾਹ ਰਹੇ ਨੇ ਕਿ ਭਾਈ ਤੁਸੀਂ ਇਸ ਹਿਸਾਬ ਨਾਲ ਚੱਲੋਗੇ। ਕਈ ਵਾਰੀ ਨਾ ਬੰਦਾ ਕੋਈ ਗੱਲ ਨਾ ਸਮਝੇ ਤੇ ਉਹਨੂੰ ਦੁਨਿਆਵੀ ਦਲੀਲ ਦੇਣੀ ਪੈਂਦੀ ਹੈ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਗੱਲ ਸਹੀ ਹੈ। ਤਾਂ ਮੈਂ ਜਦ ਗੁਰੂ ਨਾਨਕ ਵੱਲ ਦੁਨੀਆ ਦੇ ਟੀਚਰ ਦੇਖਣਾ ਵਾਂ ਤੇ ਮੈਂ ਨਕਮਸਤਕ ਗੁਰੂ ਨਾਨਕ ਦੇ ਅੱਗੇ ਹੋ ਜਾਣਾ। ਮੈਂ ਕਿਹਾ ਗੁਰੂ ਨਾਨਕ ਪਾਤਸ਼ਾਹ, ਤੁਹਾਡੇ ਵਰਗਾ ਟੀਚਰ ਸੰਸਾਰ ਵਿੱਚ ਨਹੀਂ ਹੋ ਸਕਦਾ। ਜੇ ਪਾਂਧੇ ਨੇ ਤੁਹਾਨੂੰ ਕਿਹਾ ਕਿ ਤੁਸੀਂ ਇਹ ਜਨੇਊ ਪਾ ਲਓ, ਮਹਾਰਾਜ ਨੇ ਜਨੇਊ ਪਾਉਣ ਨੂੰ ਇਨਕਾਰ ਨਹੀਂ ਕੀਤਾ। ਮਹਾਰਾਜ ਨੇ ਜਨੇਊ ਨੂੰ ਇਹ ਨਹੀਂ ਕਿਹਾ ਮੈਂ ਨਹੀਂ ਪਾਣਾ, ਉਹਨੇ ਕਿਹਾ ਉਹ ਵਜ੍ਹਾ ਜਨੇਊ ਲਿਆ ਜਿਹੜਾ ਅਗਾਂਹ ਤੱਕ ਨਿਭ ਸਕੇ। ਤਾਂ ਗੁਰੂ ਮਹਾਰਾਜ ਇੱਥੇ ਬੜਾ ਸੁੰਦਰ ਇੱਕ ਢੰਗ ਦੇ ਰਹੇ ਨੇ। ਦੇਖੋ, ਜੇ ਮੈਂ ਥੋੜੇ ਜਿਹੇ ਅੱਖਰੀ ਅਰਥ ਕਰ ਲਾਂ, ਥੋੜਾ ਜਿਹਾ ਅਸੀਂ ਆਪਣੇ ਮਾਈਂਡ ਨੂੰ ਥੋੜਾ ਜਿਹਾ ਜ਼ੋਰ ਲਾਈਏ, ਬੜੀ ਚੀਜ਼ਾਂ ਇਹਦੇ ਵਿੱਚੋਂ ਮਿਲਣਗੀਆਂ। ਪਰਿਏ ਹੱਥ ਪੈਰ ਤਨ ਦੇਹ, ਦੇਖੋ ਹੱਥ ਦੇ ਥੱਲੇ ਵੀ ਔਂਕੜ ਲੱਗੀ ਜੇ, ਪੈਰ ਦੇ ਥੱਲੇ ਵੀ ਰਾਰੇ ਤੇ ਔਂਕੜ ਏ, ਤਨ ਦੇ ਔਂਕੜ ਏ, ਦੇਹ ਤੇ ਔਂਕੜ ਨਹੀਂ ਹੈ। ਅੱਗੇ ਚੱਲ ਕੇ ਆਏਗਾ ਆਪੇ ਬੀਜ ਆਪੇ ਹੀ ਖਾ। ਅਸੀਂ ਬਹੁਤ ਸ਼ਰੀਰਾਂ ਕੋਲ ਖਾਓ ਸੁਣੀਦਾ, ਨਾਨਕ ਹੁਕਮੀ ਆਵੋ ਜਾਓ ਕਹਿੰਦੇ ਨੇ, ਨਹੀਂ ਸਾਧ ਸੰਗਤ, ਇੱਥੇ ਭਾਵ ਇਹ ਖਾ ਕਹਿਣਾ ਹੈ, ਕਿਉਂਕਿ ਜਿਹੜਾ ਔਂਕੜ ਹੈ ਉਹ ਵਿਆਕਰਣ ਸੰਬੰਧਿਤ ਹੈ। ਉਹਦਾ ਭਾਵ ਇਹ ਵੇ ਕਿ ਉਹ ਨਾਉ ਹੈ, ਪੁਲਿੰਗ ਹੈ ਤੇ ਇੱਕ ਵਚਨ ਹੈ। ਦੇਖੋ ਇੱਥੇ ਜੇ ਔਂਕੜ ਆ ਜਾਵੇ ਤੇ ਇੱਕ ਵਚਨ ਦਾ ਪ੍ਰਤੀਕ ਹੈ। ਹੁਣ ਅਸੀਂ ਹੱਥ ਦੇ ਥੱਲੇ ਥੱਥੇ ਤੇ ਔਂਕੜੇ ਅਸੀਂ ਹੱਥੋਂ ਨਹੀਂ ਪੜ੍ਹ ਰਹੇ, ਪਿੱਛੇ ਪੜ੍ਹ ਕੇ ਆਏ ਆ ਜਪ ਬਾਣੀ ਆਰੰਭ ਹੁੰਦੀ ਹੈ, ਜਪ ਦੇ ਪੱਪੇ ਥੱਲੇ ਵੀ ਔਂਕੜ ਹੈ। ਅਸੀਂ ਪੱਪੇ ਥੱਲੇ ਔਂਕੜ ਨਹੀਂ ਪੜ੍ਹਦੇ, ਕਿਉਂਕਿ ਉਹ ਨਾਉਨ ਹੈ ਤੇ ਇੱਕ ਵਚਨ ਹੈ, ਉਸ ਕਰਕੇ ਔਂਕੜ ਲੱਗੀ। ਇਸੇ ਤਰ੍ਹਾਂ ਖਾਓ ਨਹੀਂ ਹੈ, ਖਾ ਹੈ। ਦੇਖੋ ਹੱਥ ਪੈਰ ਤਨ, ਤਨ ਦੇ ਥੱਲੇ ਔਂਕੜ ਹੈ, ਭਾਵ ਕਿ ਨੰਨੇ ਨੂੰ ਔਂਕੜ ਨਹੀਂ ਬੁਲਾਣੀ। ਕਿਉਂ? ਕਿਉਂਕਿ ਇਹ ਇੱਕ ਵਚਨ ਹੈ। ਦੇਖੋ ਤਨ ਹੈ ਨਾ ਜਿਹੜਾ, ਇੱਕ ਵਚਨ ਤਾਂ ਵੇ, ਅਸੀਂ ਕਦੀ ਇਹ ਨਹੀਂ ਕਹਿੰਦੇ ਤਨ ਦੁੱਖ ਰਹੀਏ, ਅਸੀਂ ਕਹਿੰਦੇ ਹਾਂ ਤਨ ਦੁਖਦਾ ਹੈ, ਕਹਿੰਦੇ ਆ ਨਾ। ਇਹਦਾ ਭਾਵ ਇਹ ਹੋਇਆ ਪੁਲਿੰਗ ਹੈ। ਤੇ ਦੇਹ, ਦੇਹ ਦੇ ਥੱਲੇ ਔਂਕੜ ਨਹੀਂ ਹੈ, ਇਹਦਾ ਭਾਵ ਹੈ ਇਹ ਇਸਤਰੀ ਲਿੰਗ ਹੈ। ਅਸੀਂ ਕਦੀ ਨਹੀਂ ਕਹਿੰਦੇ ਕਿ ਦੇਹ ਦੁਖਦਾ ਹੈ, ਅਸੀਂ ਕਹਿੰਦੇ ਹਾਂ ਦੇਹ ਦੁਖਦੀ ਹੈ। ਤਾਂ ਗੁਰੂ ਮਹਾਰਾਜ ਇੱਥੇ ਕੁਝ ਸਿਧਾਂਤ ਸਾਨੂੰ ਇਸ ਤਰ੍ਹਾਂ ਦਾ, ਦੇਖੋ ਵਿਆਕਰਣ ਤੋਂ ਹੀ ਅਸੀਂ ਗੁਰਬਾਣੀ, ਮੈਂ ਕਹਿੰਦਾ ਬੈਸਟ ਟੀਚਰ ਨੇ। ਇਹ ਔਂਕੜ ਸਿਹਾਰੀ ਬਿਆਰੀ, ਇਸ ਦੇਖੋ ਜੇ ਅਗਰ ਆਇਆ ਖਾਓ, ਅਸੀਂ ਖਾਓ ਨਹੀਂ ਪੜ੍ਹਨਾ, ਖਾ, ਇਹੋ ਨਹੀਂ ਪੜ੍ਹਨਾ, ਇਹੋ ਵੀ ਆਂਦਾ ਵੇ, ਧਰਮ ਖੰਡ ਕਾ ਇਹੋ ਧਰਮ, ਉੱਥੇ ਹਾਹਾ ਨੂੰ ਹੋੜਾ ਲੱਗਿਆ ਹੋਇਆ। ਜਰਾ ਅੱਗੋਂ ਚੱਲ ਕੇ ਆਪ ਧਿਆਨ ਦੇਣਾ, ਹਾਹਾ ਨੂੰ ਹੋੜਾ ਲੱਗਿਆ, ਉੱਥੇ ਇਹੋ ਪੜ੍ਹਨਾ ਹੈ ਤੇ ਹਰ ਜਗ੍ਹਾ ਤੇ ਇਹ ਪੜ੍ਹਨਾ। ਇਹ ਸ਼ਰੀਰਾ ਮੇਰਿਆ, ਇਹੋ ਨਹੀਂ, ਹਾਹਾ ਹੈ ਜਿਹੜਾ ਔਂਕੜ ਤੋਂ ਭਾਵੇਂ ਨਾਉ ਪੁਲਿੰਗ ਇੱਕ ਵਚਨ ਹੈ। ਤਾਂ ਗੁਰੂ ਸਾਹਿਬ ਹੁਣ ਇੱਥੇ ਉਦਾਹਰਨ ਕੀ ਦੇ ਕੇ ਗੱਲ ਸਾਨੂੰ ਸਮਝਾਉਣਾ ਚਾਹ ਰਹੇ ਨੇ। ਦੇਖੋ ਕਦੀ ਸਾਡੇ ਹੱਥਾਂ ਪੈਰਾਂ ਤੇ ਮਿੱਟੀ ਲੱਗ ਜਾਏ, ਸਧਾਰਨ ਹੈ, ਦੇਖੋ ਕੋਈ ਸਿੰਪਲ ਹੈ, ਜੇ ਮਿੱਟੀ ਲੱਗ ਜਾਏ ਅਸੀਂ ਕੀ ਕਰਨੇ ਆ? ਪਰਿਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ। ਅਸੀਂ ਕੀ ਕਰਨੇ ਆ? ਉਸ ਖੇ ਨੂੰ, ਮਿੱਟੀ ਨੂੰ ਕੀ ਕਰਨੇ ਆ? ਪਾਣੀ ਦੇ ਨਾਲ ਧੋ ਲੈਂਦੇ ਆ। ਇਹੀਓ ਕਰਨੇ ਆ ਨਾ। ਕੀ ਹੁੰਦਾ? ਮਿੱਟੀ ਉਤਰ ਜਾਂਦੀ ਹੈ, ਸਧਾਰਨ ਗੱਲ ਹੈ। ਮਹਾਰਾਜ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਹੁਣ ਜੇ ਕੱਪੜੇ
ਦੇਖੋ ਇੱਥੇ ਅੱਖਰ ਆਇਆ ਕੱਪੜ, ਇਹਦੇ ਰਾੜੇ ਦੇ ਥੱਲੇ ਔਂਕੜ ਹੈ, ਕੁਲੈਕਟਿਵ ਨਾਊਨ ਹੈ। ਕੁਲੈਕਟਿਵ ਨਾਊਨ ਤੋਂ ਭਾਵ ਇਹ ਹੁੰਦਾ ਹੈ, ਇਸ ਤਰ੍ਹਾਂ ਸਮਝ ਲਓ, ਮੈਂ ਹੋਰ ਸੌਖਾ ਲੈ ਲਈਏ, ਕੱਪੜ ਕੀ ਹੁੰਦਾ ਹੈ? ਕਈ ਵਾਰੀ ਸਾਡੀਆਂ ਮਾਤਾਵਾਂ ਭੈਣਾਂ, ਮੇਰੀਆਂ ਬੱਚੀਆਂ ਜਦ ਘਰ ਕੱਪੜੇ ਧੋਂਦੇ ਨਾ, ਤੇ ਜ਼ਿਆਦਾ ਕੱਪੜੇ ਹੋਣ ਨਾ, ਤੇ ਪਰਿਵਾਰ ਨੂੰ ਅਕਸਰ ਅਸੀਂ ਗੱਲ, ਮੈਂ ਵੀ ਘਰਾਂ ਹੀ ਸੁਣ ਲੈਂਦਾ ਵਾਂ ਕਿ ਅੱਜ ਨਾ ਬੜਾ ਕੱਪੜ ਸੀ। ਇਹੋ ਕਹਿੰਦੇ ਨਾ ਬੜਾ ਕੱਪੜ ਸੀ। ਇਹ ਨਹੀਂ ਕਹਿੰਦੇ ਕਮੀਜ਼ ਏ, ਪੈਂਟ ਏ, ਸ਼ਰਟ ਏ, ਟਰਾਊਜ਼ਰ ਏ, ਬਨਿਆਨ ਏ। ਅਸੀਂ ਕੀ ਕਹਿੰਦੇ ਆ? ਅਸੀਂ ਉਹਨੂੰ ਇੱਕ ਕੁਲੈਕਟਿਵ ਨਾਊਨ ਦੇ ਦਿੰਦੇ ਹਾਂ। ਅਸੀਂ ਕਹਿੰਦੇ ਆ ਅੱਜ ਕੱਪੜ ਬੜੇ ਸਨ। ਗੁਰੂ ਸਾਹਿਬ ਕੁਝ ਇਸ ਤਰ੍ਹਾਂ ਦੀ ਗੱਲ ਕਰਕੇ ਸਾਨੂੰ ਸਮਝਾ ਰਹੇ ਨੇ, ਮੂਤ ਪਲੀਤੀ ਕੱਪੜ ਹੋਏ। ਦੇਖੋ ਪਾਣੀ ਦੇ ਨਾਲ ਤੇ ਅਸੀਂ ਹੱਥ ਧੋ ਲਏ, ਜੇ ਸਾਡੇ ਕੱਪੜੇ ਪਿਸ਼ਾਬ ਦੇ ਨਾਲ ਲਿਬੜ ਜਾਣ, ਜਿਸੇ ਕਿਸੇ ਬੱਚੇ ਦੇ, ਛੋਟੇ ਬੱਚੇ ਦੇ ਅਗਰ ਪਿਸ਼ਾਬ ਕਰਦਾ ਹੈ ਬੱਚਾ, ਗੰਦਗੀ ਕਰਦਾ ਹੈ, ਉਹ ਪਾਣੀ ਨਾਲ ਨਹੀਂ ਧੋਤੀ ਜਾਏਗੀ। ਦੇ ਸਾਬੂਨ ਲਈਏ ਉਹ ਧੋਏ, ਉਹ ਸਾਬਣ ਦੇ ਨਾਲ ਹੀ ਧੋਤੀ ਜਾਏਗੀ, ਨਹੀਂ ਤੇ ਸਮੈਲ ਨਹੀਂ ਜਾਏਗੀ। ਹਾਂ, ਮਿੱਟੀ ਘੱਟਾ ਅਸੀਂ ਪਾਣੀ ਨਾਲ ਧੋ ਸਕਨੇ ਹਾਂ। ਜਿਸ ਤਰ੍ਹਾਂ ਬਜ਼ੁਰਗ ਘਰ ਵਿੱਚ ਕੋਈ ਬਿਮਾਰ ਹੈ, ਬੈੱਡ ਤੇ ਵੇ, ਉਹ ਬੈੱਡ ਤੇ ਹੀ ਕਿਰਿਆ ਕਰ ਰਿਹਾ ਹੈ, ਤੇ ਉਹ ਫਿਰ ਅਸੀਂ ਸਾਬੁਨ ਜਾਂ ਹੋਰ ਕੋਈ ਸੋਪ ਵਰਤ ਕੇ ਅਸੀਂ ਉਸ ਦੀ ਗੰਦਗੀ ਸਾਫ਼ ਕਰਨੇ ਆ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਜਿਹੜੀ ਇਹ ਕਿਉਂ ਕਹਿ ਰਹੇ ਨੇ ਮਹਾਰਾਜ? ਦੇਖੋ ਕਿਉਂ ਸਮਝਾ ਰਹੇ ਨੇ ਸਾਨੂੰ ਕਿ ਹੱਥ ਮਿੱਟੀ ਏ ਤੇ ਪਾਣੀ ਨਾਲ ਧੋਣਾ ਹੈ। ਕੱਪੜੇ ਅਗਰ ਮੂਤ ਪਲੀਤੀ ਹੋਏ ਗਏ ਨੇ ਤੇ ਕਿਵੇਂ ਧੋਣੇ ਨੇ? ਸਾਬੁਨ ਨਾਲ ਧੋਣੇ ਨੇ। ਮਹਾਰਾਜ ਸਾਨੂੰ ਤੁਸੀਂ ਕੀ ਸਮਝਾਉਣਾ ਚਾਹੁੰਦੇ ਹੋ ਇਸ ਗੱਲ ਵਿੱਚ? ਤੇ ਮਹਾਰਾਜ ਹੁਣ ਗੁਰਮਤ ਦੀ ਗੱਲ ਕਰ ਰਹੇ ਨੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉੱਥੇ ਨਾਵੈ ਕੈ ਪੜਨਾ, ਕੇ ਨਹੀਂ ਹੈ। ਦੇਖੋ ਹੁਣ ਮਤ ਮੈਲੀ ਹੋ ਜਾਏ ਤੇ ਉਹ ਕਿਹਦੇ ਨਾਲ ਧੋਈ ਜਾਏਗੀ? ਅਸੀਂ ਕੀ ਕੀਤਾ? ਅਸੀਂ ਸੋਚਿਆ ਇਸ ਮੱਤ ਨੂੰ ਨਾ ਪਾਣੀ ਦੇ ਨਾਲ ਧੋਤਾ ਜਾਵੇ। ਅਸੀਂ ਕਿਹਾ ਚਲੋ ਫਿਰ ਪਾਣੀ ਨਾਲ ਧੋਣਾ ਹੈ ਤੇ ਫਿਰ ਇਸ਼ਨਾਨ ਹੀ ਕਰੋ। ਅਸੀਂ ਫਿਰ ਇਸ਼ਨਾਨਾਂ ਤੀਰਥਾਂ ਤੇ ਟੁਰ ਪਏ। ਮਹਾਰਾਜ ਕਹਿੰਦੇ ਨੇ, ਪਾਪ ਕਰੇ ਪੰਚਾਂ ਕੇ ਵਸ, ਤੀਰਥ ਨਹਾਏ ਕਹੇ ਸਭ ਉਤਰੇ। ਅਰੇ ਜਿਹੜੀ ਮੈਲ ਮਨ ਨੂੰ ਲੱਗੀ ਹੈ, ਪਾਣੀ 'ਚ ਭਾਵੇਂ ਜਿੰਨੀ ਮਰਜ਼ੀ ਸ਼ਕਤੀ ਹੈ, ਪਾਣੀ ਸਾਫ਼ ਵੀ ਹੈ। ਹਾਂ, ਤਨ ਨੂੰ ਭਾਵੇਂ 10 ਵਾਰੀ ਧੋਵੋ, ਜਿੰਨਾ ਮਰਜ਼ੀ ਧੋਵੋ, ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਹ ਜਿਹੜੀ ਮਨ ਦੀ ਮੈਲ ਹੈ ਨਾ, ਕੁਝ ਧਰਮ ਦੇ ਆਗੂਆਂ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜਾ ਹੁਣ ਇਹ ਚੱਲ ਰਿਹਾ ਨਾ, ਜਿਹੜਾ ਮਹੀਨਾ ਕੱਲ ਤੋਂ ਆਰੰਭ ਹੋਇਆ, ਇਹ ਗੱਲ ਸਮਝਾ ਰਹੇ ਨੇ ਮਹਾਰਾਜ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਉਹਦੇ ਵਿੱਚ ਅਸੀਂ ਕੀ ਸੋਚਿਆ ਬਈ ਧੂੜੀ ਨਾਲ ਇਸ਼ਨਾਨ, ਅਸੀਂ ਇਸ਼ਨਾਨਾਂ ਨੂੰ ਮਹੱਤਵਤਾ ਦੇ ਕੇ ਤੇ ਅਸੀਂ ਇਸ ਮਹੀਨੇ, ਮਹਾਰਾਜ ਕਹਿੰਦੇ ਨੇ ਭਾਵੇਂ ਤੁਸੀਂ ਸਾਰਾ ਸਾਲ, ਇਹਦਾ ਮਤਲਬ ਮਾੜੇ ਕੰਮ ਕਰੀਏ, ਇਸ ਮਹੀਨੇ ਵਿੱਚ ਅਸੀਂ ਅਗਰ ਇਸ਼ਨਾਨ ਕਰ ਲਈਏ ਤੇ ਬਖਸ਼ੇ ਜਾਈਏ। ਤਾਂ ਮਹਾਰਾਜ ਕਹਿ ਰਹੇ ਨੇ, ਪਾਪ ਕਰੇ ਪੰਚਾਂ ਕੇ ਵਸ, ਤੀਰਥ ਨਹਾਏ ਕਹੇ ਸਭ ਉਤਰੇ। ਐਵੇਂ ਤੇ ਸਾਰੇ ਬੰਦੇ ਹਰ ਸਾਲ ਪਾਪ ਕਰਦੇ ਰਹਿਣ, ਮਾਗੀ ਦਾ ਦਿਨ ਆਵੇ ਤੇ ਅਸੀਂ ਇਸ਼ਨਾਨ ਕੀਤਾ ਤੇ ਬਰੀ ਹੋ ਗਏ। ਮਹਾਰਾਜ ਕਹਿੰਦੇ ਨੇ, ਬੋਹਰ ਕਮਾਏ ਹੋਏ ਨਿਸੰਗ। ਇਸ ਤਰ੍ਹਾਂ ਤੇ ਉਹ ਫਿਰ ਉਹਦਾ ਹੌਸਲਾ ਹੋਰ ਖੁੱਲ ਜਾਏਗਾ, ਬਈ ਪਾਪ ਕਰੀ ਜਾਓ, ਇੱਕ ਦਿਨ ਜਾ ਕੇ ਇਸ਼ਨਾਨ ਕਰੋ ਗੰਗਾ ਤੇ ਪ੍ਰਯਾਗ ਤੇ ਤੁਹਾਡੇ ਸਾਰੇ ਪਾਪ ਉਤਰ ਜਾਣਗੇ। ਇਹਦਾ ਮਤਲਬ ਬੰਦਾ ਸਾਰੀ ਉਮਰ ਫਿਰ ਇਸ ਤਰ੍ਹਾਂ ਹੀ ਕਰਦਾ ਰਹੇਗਾ। ਹੋਰ ਸੌਖਾ ਲੈ ਲਈਏ, ਕੋਈ ਅਗਰ ਕਤਲ ਕਰ ਦੇ ਤੇ ਮਾਘ ਦੇ ਮਹੀਨੇ ਤੇ ਆਏ ਤੇ ਜੱਜ ਉਹਨੂੰ ਮਾਫ ਕਰ ਦੇਗਾ? ਮੈਨੂੰ ਇਹ ਦੱਸ ਦਿਓ। ਇੱਕ ਗੱਲ ਦਾ ਸਿੰਪਲ ਉਦਾਹਰਣ ਹੈ, ਜੇ ਸਾਰੀ ਉਮਰ ਅਸੀਂ ਪਾਪ ਕੀਤੇ, ਕਿਸੇ ਦੇ ਮਾੜੇ ਕੀਤੇ, ਸਾਨੂੰ ਸਜ਼ਾ ਹੋਈ, ਮਾਘ ਦਾ ਮਹੀਨਾ ਆਇਆ ਤੇ ਜੱਜ ਖੜਾ ਹੋਇਆ, ਜੀ ਨਹੀਂ ਜੀ ਤੁਸੀਂ ਹੁਣ ਮਾਘ ਦਾ ਮਹੀਨਾ ਤੁਸੀਂ ਜਾਓ, ਬਰੀ ਹੋ ਗਏ ਹੋ। ਨਹੀਂ ਭਾਈ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਨੂੰ ਇਸ ਤਰ੍ਹਾਂ ਦਾ ਸਮਝਾ ਰਹੇ ਨੇ ਕਿ ਭਾਈ ਜੇ ਤੁਹਾਡੀ ਮਤ ਪਾਪਾਂ, ਇੱਥੇ ਪਾਪਾ ਨਹੀਂ ਪੜਨਾ, ਕਈ ਪਾਪਾ ਪੜਦੇ ਨੇ, ਫਾਦਰ ਮੀਨਸ ਉਹ ਨਹੀਂ ਪੜਨਾ, ਪਾਪਾ ਬਿੰਦੀ ਲਾ ਕੇ।
ਭਰੀਏ ਮਤ, ਮਤ ਕੀ ਹੈ ਸਾਡੀ ਇਹ ਪਾਪਾਂ ਕੈ ਸੰਗ, ਜੇ ਪਾਪਾਂ ਦੇ ਨਾਲ ਸਾਡੀ ਮਤ ਭਰ ਗਈ ਏ ਉਹਦਾ ਫਿਰ ਕੋਈ ਹੋਰ ਹੱਲ ਨਹੀਂ ਜੀ। ਉਹ ਧੋਪੈ ਨਾਵੈ ਕੈ ਰੰਗ, ਉਹ ਨਾਮ ਦੇ ਰੰਗ ਦੇ ਨਾਲ ਹੀ ਇਹ ਸਫਾਈ ਹੋਣੀ ਹੈ। ਰੰਗ ਕੀ ਹੈ? ਪਿਆਰ, ਪ੍ਰੀਤ। ਇਹ ਰੰਗ ਨਹੀਂ ਲਾਲ ਪੀਲਾ। ਅਸੀਂ ਅਕਸਰ ਕਹਿ ਦਿੰਦੇ ਹਾਂ ਜਦੋਂ ਕੋਈ ਗੱਲ ਹੁੰਦੀ ਨਾ, ਲਾਲ ਰੰਗ ਤਿਸਕੋ ਲਗਾ ਜਿਸ। ਲਾਲ ਕੀ ਹੈ? ਲਾਲ ਰੰਗ। ਇਹ ਰੈੱਡ ਕਲਰ ਦੀ ਗੱਲ ਨਹੀਂ ਕਰ ਰਹੇ ਮਹਾਰਾਜ ਇੱਥੇ, ਮੈਨੂੰ ਖਿਮਾ ਕਰ ਦੇਣਾ। ਲਾਲ ਤੋਂ ਭਾਵ ਹੈ ਰੱਬ, ਪਰਮਾਤਮਾ, ਗੋਡ, ਵਾਹਿਗੁਰੂ, ਉਹਦੇ ਪਿਆਰ ਵਿੱਚ। ਇਹ ਨਹੀਂ ਕਿ ਚਿਹਰੇ ਤੇ ਲਾਲੀ ਹੈ ਤੇ ਅਸੀਂ ਸਮਝਦੇ ਉਹਨੂੰ ਲਾਲ ਰੰਗ ਲੱਗ ਗਿਆ ਜੀ, ਉਹ ਭਾਵੇਂ ਉਹਨੂੰ ਬੀਪੀ ਕਰਕੇ ਉਹਦਾ ਮੂੰਹ ਲਾਲ ਹੋਇਆ ਪਿਆ ਹੋਵੇ। ਨਹੀਂ, ਐਸੀ ਗੱਲ ਨਹੀਂ ਹੈ। ਲਾਲ ਰੰਗ ਉਸ ਪਰਮਾਤਮਾ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ, ਮੂੰਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੇ ਛੋਰੀ ਨਾ ਛੁੱਟੇ, ਐਸੀ ਮਾਦੋ ਖਿੰਚ ਧਣੀ। ਉਸ ਲਾਲ ਦੀ, ਲਾਲ ਪਰਮਾਤਮਾ ਦੀ ਗੱਲ ਕਰ ਰਹੇ ਆ। ਤੋ ਇੱਥੇ ਮਹਾਰਾਜ ਜਿਹੜੇ ਰੰਗ ਦੀ ਗੱਲ ਕਰ ਰਹੇ ਨੇ ਨਾ, ਉਹ ਕਹਿੰਦੇ ਨੇ ਪਿਆਰ, ਪ੍ਰੀਤ। ਉਸ ਨਾਮ ਦੇ ਰੰਗ, ਜਿਹੜਾ ਨਾਮ ਦਾ ਇੱਕ ਰੰਗ ਹੈ ਨਾ, ਉਹ ਤੈਨੂੰ ਇਸ ਮਤ ਮੈਲੀ ਨੂੰ ਧੋ ਸਕਦਾ ਹੈ, ਹੋਰ ਕੋਈ ਸੋਰਸ ਨਹੀਂ ਜੇ। ਅਸੀਂ ਕੀ ਕੀਤਾ? ਜੇ ਅਸੀਂ ਇਹ ਸੋਚਿਆ ਕਿ ਬਈ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਕੇ ਸਾਡਾ ਇਹ ਸਾਰੇ ਪਾਪ ਉਤਰ ਜਾਣੇ ਨੇ, ਤੇ ਜੇ ਐਸੀ ਗੱਲ ਹੁੰਦੀ ਨਾ, ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੈਂਡਕ ਨਹਾਵੇ। ਮੈਂਡਕ ਤੇ ਰਹਿੰਦਾ ਹੀ ਪਾਣੀ ਵਿੱਚ ਹੈ। ਤੈਸੇ ਮੈਂਡਕ ਜੈਸੇ ਹੋਏ ਮੈਂਡਕ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਜੋਨੀ ਆਵੇ। ਇਸ ਤਰ੍ਹਾਂ ਤੇ ਮੈਂਡਕ ਰਹਿੰਦਾ ਹੀ ਪਾਣੀ ਵਿੱਚ, ਤੇ ਮੈਂਡਕ ਤੇ ਫਿਰ ਤਰਿਆ ਹੀ ਸਮਝੋ। ਹੋਰ ਸੌਖਾ ਲੈ ਲਈਏ, ਇੱਕ ਰਵਿਦਾਸ ਜੀ ਦਾ ਸ਼ਬਦ ਆਉਂਦਾ ਹੈ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਪੂਜ। ਜਿਹੜੇ ਪਾਪ ਕਰਦੇ ਨੇ ਨਾ, ਉਹ ਸਮਝਦੇ ਨੇ ਜਿਹੜੇ ਅਸੀਂ ਵਿਕਾਰ ਕਰ ਰਹੇ ਹਾਂ ਨਾ, ਇਹੀ ਸਾਡਾ ਨਾ ਦੁਨੀਆ ਹੈ, ਸੰਸਾਰ ਹੈ, ਬਸ। ਉਸ ਤੋਂ ਉੱਤੇ ਅੱਗੇ ਜਾਂਦੇ ਹੀ ਨਹੀਂ ਹੈ। ਉਹ ਸਵੇਰ ਹੁੰਦੀ ਹੈ, ਪਾਪ ਕਰਨੇ ਸ਼ੁਰੂ ਕਰਦੇ ਨੇ। ਉਹ ਕਹਿੰਦੇ ਨੇ ਬਸ। ਮਹਾਰਾਜ ਦੇਖੋ ਰਵਿਦਾਸ ਜੀ ਕੀ ਉਦਾਹਰਨ ਦੇ ਰਹੇ ਨੇ। ਕੂਪ, ਕੂਪ ਹੁੰਦਾ ਖੂਹ ਲਾ ਲਓ। ਪਰ ਉਹ ਜੈਸੇ ਦਾਦਰਾ, ਦਾਦਰਾ ਕੀ ਹੈ? ਇਹ ਮੇਂਢਕ ਡੱਡੂ। ਕਹਿੰਦੇ ਨੇ ਇੱਕ ਖੂਹ ਹੈ, ਉਹਦੇ ਵਿੱਚ ਮੇਂਢਕ ਭਰੇ ਪਏ ਨੇ। ਕਛ ਦੇਸ ਵਿਦੇਸ ਨਾ ਬੂਝ। ਰਵਿਦਾਸ ਜੀ ਕਹਿੰਦੇ ਨੇ ਕਿ ਉਸ ਖੂਹ ਦੇ ਅੰਦਰ ਮੇਂਢਕ ਨੇ ਨਾ, ਉਹ ਸਮਝਦੇ ਨੇ ਕਿ ਇਹੀ ਸਾਡਾ ਸੰਸਾਰ ਹੈ, ਇਹੀ ਸਭ ਕੁਝ ਹੈ। ਇਤਫਾਕ ਨਾਲ ਕੀ ਹੁੰਦਾ ਹੈ, ਸਮੁੰਦਰ ਤੋਂ ਇੱਕ ਡੱਡੂ ਉੱਠ ਕੇ ਨਾ ਉਹਨਾਂ ਕੋਲ ਆਉਂਦਾ ਹੈ। ਉਹ ਕਹਿੰਦਾ ਭਲਿਓ ਤੁਸੀਂ ਇਹਨੂੰ ਹੀ ਸਮੁੰਦਰ ਸਮਝ ਰਹੇ ਹੋ। ਕਿਉਂਕਿ ਜਿਹੜਾ ਬੰਦਾ ਵਿਕਾਰ ਕਰਦਾ ਨਾ, ਉਹ ਸਮਝਦਾ ਇਹੀ ਦੁਨੀਆ ਹੈ, ਇਸ ਤੋਂ ਅੱਗੇ ਇਹ ਜੱਗ ਮਿੱਠਾ, ਅਗਲੇ ਕਿੰਨਾ, ਅਗਲਾ ਕਿੰਨੇ ਡਿੱਠਾ। ਤੇ ਉਹ ਡੱਡੂ ਨੂੰ ਪੁੱਛਦਾ ਭਾਈ ਤੁਸੀਂ, ਉਹ ਕਹਿੰਦਾ ਫਿਰ ਦੱਸ ਕਿੰਨਾ ਵੱਡਾ ਸਮੁੰਦਰ ਹੈ, ਜਿਹੜਾ ਸਮੁੰਦਰ ਤੋਂ ਆਇਆ ਸੀ ਡੱਡੂ। ਉਹ ਕਹਿੰਦਾ ਉਹ ਤੇ ਬੜਾ ਵੱਡਾ, ਉਹਨੂੰ ਮੈਂ ਨਹੀਂ ਦੱਸ ਸਕਦਾ। ਜਿਹੜਾ ਖੂਹ ਵਾਲਾ ਡੱਡੂ ਹੁੰਦਾ ਨਾ, ਉਹ ਇੱਕ ਛਲਾਂਗ ਮਾਰਦਾ, ਕਹਿੰਦਾ ਇੰਨਾ ਵੱਡਾ ਹੋਏਗਾ ਸਮੁੰਦਰ। ਉਹ ਕਹਿੰਦਾ ਤੂੰ ਇਹ ਵਜੀਆਂ ਨਾ ਕਰੋੜਾਂ ਛਲਾਂਗਾਂ ਵੀ ਮਾਰ ਲੈ, ਉਸ ਸਮੁੰਦਰ ਦਾ ਪਾਰਾਵਾਰ ਨਹੀਂ ਪਾ ਸਕਦਾ। ਸਤਿਗੁਰੂ ਕੀ ਸਮਝਾਉਣਾ ਚਾਹ ਰਹੇ ਨੇ ਕਿ ਜੇ ਅਸੀਂ ਵਿਕਾਰਾਂ ਦੀ ਦੁਨੀਆ ਦੇ ਵਿੱਚ ਮਸਤ ਹੋਏ ਪਏ ਆ ਨਾ, ਤੇ ਲੰਪੜ ਚੋਰ ਦੂਤ ਮਤਵਾਰੇ ਇਨ ਸੰਗ ਸਦਾ ਬਸੇਰਾ। ਭਗਤ ਕਬੀਰ ਜੀ। ਜੇ ਕਰ ਕਥਾ ਹੋਤ ਹਰ ਸੰਤਨ ਕੀ, ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਅਸੀਂ ਉਸ ਵੇਲੇ ਸਤਸੰਗਤ ਵਿੱਚ ਤੇ ਇੱਕ ਨਿਮਕ ਫਰ ਵੀ ਨਹੀਂ ਬੈਠੇ, ਤੇ ਲੰਪਟ ਚੋਰ ਦੂਤ ਮਤਵਾਰੇ ਇਹ ਸਾਰੀਆਂ ਸਾਡੀਆਂ ਮਿੱਤਰ ਬਣ ਗਏ। ਇਨ ਸੰਗ ਸਦਾ ਬਸੇਰਾ, ਅਸੀਂ ਇਹਦੇ ਵਿੱਚ ਰਹਿੰਦੇ ਹਾਂ ਤੇ ਇਹੀ ਸੰਸਾਰ ਸਮਝਨੇ ਆ। ਪਰ ਸਤਿਗੁਰੂ ਕਹਿੰਦੇ ਨੇ ਭਾਈ ਐਸੀ ਗੱਲ ਨਹੀਂ ਹੈ। ਮਲਨ ਭਾਈ ਮਤ ਮਾਦਵਾ, ਤੇਰੀ ਗਤ ਲਖੀ ਨਾ ਜਾਏ। ਤੇਰੀ ਇਸ ਕਰਕੇ ਮਲਨ, ਤੇਰੀ ਮਤ ਹੈ ਨਾ, ਵਿਕਾਰ ਕਰ ਕਰਕੇ ਮੈਲੀ ਹੋ ਗਈ ਹੈ। ਪਰ ਤੂੰ ਜਿਹੜਾ ਤਰੀਕਾ ਅਪਣਾਇਆ ਨਾ ਕਿ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ।
तेरी मत मैली होई, तू शरीर ते पानी पा पा के मन जिहड़ा मैला सी, मन मैले सब किछ मैला। जे मन ही मैला हो गया तो सारा कुछ मैला हो गया तेरा। तन धोते मन अच्छा ना होए। हुण तन नूं धोवो, अच्छी गल है, तन नूं पवित्र रखना, स्वच्छ रखना, सुचतम विच रहना। पर देखो महाराज ने एक शब्द आंदा ना, कर इशनान सिमर प्रभ अपना। ते जे महाराज कहंदे इशनान करके तेरी गति होंदी ते फिर सिमरन दी नाल नहीं गल करदे। महाराज कहंदे ने उठ के की करना है, कर इशनान। एक कादे वास्ते? शरीर वास्ते। अगों महाराज हुण साडी मत दी नूं सफाई वास्ते कह रहे ने। जे गल हुंदी खाली शरीर दी, देखो है पंक्ति छोटी जी, कर इशनान, इत्थों तक गल नहीं बनी। सिमर प्रभ अपना, उस प्रभु अपना जिहड़ा तेरा परमात्मा है उहनूं सिमर। हुण क्यों? इशनान ते तू कीता, शरीर दी गंदगी कड्डी, आलस कढिया, पर उस तो बाद महाराज कहंदे ने कर इशनान सिमर प्रभ अपना। फिर की होएगा? मन तन भए अरोगा। जिहड़ा तेरा रोगी मन है ना, वो अरोग हो जाएगा, रोग तो रहत हो जाएगा। क्योंकि रोग रहत मेरा सतगुर जोगी, मेरा परमात्मा भी रोग तो रहत है, ओनू पंजा विकारां दी मैल नहीं लगी हुई। ते जे मना तू प्रभु दा सिमरन करेगा, तू भी मल तो रहत हो जाएगा। तो गुरु महाराज इत्थे इस तरह का ख्याल दे रहे ने, भाई इस सोच नू बदल। शरीर धोतिया मन दी मैल नहीं उतरनी। जितना मर्जी पिंडे नू धोई जा, इत्थों तक कि कबीर गंगा तीर जो घर करे, तू घर ही गंगा दे कोल वसा लै ना। पीवे निर्मल रीत, रोज निर्मल। हुण कई असीं गुरुद्वारे जाके बैठे रहिए, हर बिन भगत ना मुक्त होवे, इहो कह रमे कबीर। जे उत्थे बैठ के असीं उस दे परमात्मा दे गुण सरवण ही नहीं कीते, उस गुरुद्वारे मंदिर मस्जिद गंगा दे किनारे जाके बैठण दा की लाभ है? या खाली कही जाइए, दुनिया कह रही है वाहिगुरु राम, सब कह रहे राम राम सब को कहे, कहिए राम ना होए, कहने ना राम नहीं होना। गुर प्रसादी राम मन वसै, ता विरला पावे कोई। जे जद तक गुरु की कृपा नाल मन विच नहीं वसेगा, उस इशनान का कोई फायदा नहीं है। तीरथ जाओ, मारे के तीरथ नहावन जाओ, तीरथ नाम है। जे समझ आ जाए, जे दरबार साहब जा रहे हैं, उत्थे आलीशान कमरे ले ले, चंगी गल है। भैणां सूटां दी टैचियां भर लियान, जाके सोहने सोहने असी वस्त्र पा के और सोहने सोहने कुलचे ते ये चीज़ां असी खा के आ गए, की उन्होंने तीरथ समझते हो? नहीं, तीरथ तो वो है। गुरु रामदास दे दर ते जा रहे हो, घरों जब तुसी गड्डी ते बैठे हो, उदों सिमरन चालू हो जाए, नितनेम चालू हो जाए, तुहाडी तीरथ यात्रा घरों ही चालू हो गई है। जिस तरह आटो ते टैक्सी ते बैठी दा, वो मीटर ऑन कर दिंदा ना, साडा मीटर चालू हो जाता माया देन दा। जदों गुरु रामदास जी के दर ते जाना है, या किसी होर दर ते गुरु के दर ते जाना है, गुरुद्वारे जाए, मार्ग में ब्रह्मचर्य रखिए। सीसगंज साहब जा रहे हो, बंगला साहब जा रहे हो, खाली तुहाडी हाजरी गुरुद्वारे साहब जाके ही नहीं लगनी। जे घरों ही तुसी वाहिगुरु गुरु मंत्र चौपाई साहब जपती साहब करते जा रहे हो, तुहाडा इशनान घरों ही चालू हो गया है। कर इशनान सिमर प्रभ अपना। तुहाडे रोग ने जेड़े वो घरों ही मिटने शुरू हो गए ने। गुरु ते जाके उत्थों सिर्फ सोझी लैनी है। गुरुद्वारे होए सोझी पाए सी। गुरुद्वारे का कोई तुहानू पूछे गुरुद्वारे की डेफिनेशन है? गुरुद्वारे जाके जी मैं सोहने सोहने लंगर खा ले, वो कर ले, नहीं। गुरुद्वारे एक ज्ञान का केंद्र है। इत्थों लैके इस तो उत्थे सेवा करन तो भाव असी विच दुनिया सेवक बाईए। जे उत्थे पोचा ला रहे हैं
ਤੇ ਉਹਦਾ ਭਾਵ ਹੈ ਕਿ ਦੁਰ ਖਲਕਤ ਵੀ ਤੂੰ ਇਸ ਦੀ ਸੇਵਾ ਕਰਨੀ ਹੈ। ਉਹ ਵੇ ਇਸ਼ਨਾਨ। ਅਸੀਂ ਕੀ ਕੀਤਾ? ਅਸੀਂ ਜਾ ਕੇ ਇਹ ਦਿਨਾਂ ਵਿੱਚ ਮਾਘੀ ਤੇ ਜਾ ਕੇ ਇਸ਼ਨਾਨ ਕਰ ਦਿੱਤਾ। ਮਹਾਰਾਜ ਇਹੀ ਸਮਝਾ ਰਹੇ ਨੇ, ਭਾਈ ਕੋਈ ਖਾਸ ਦਿਨ ਨਹੀਂ ਹੈ ਕਿ ਉਸ ਦਿਨ ਇਸ਼ਨਾਨ ਕਰੋ ਤੇ ਸਾਡੇ ਸਾਰੇ ਪਾਪ ਉਤਰ ਜਾਣਗੇ, ਫਿਰ ਤੇ ਬੰਦਾ ਨਿਸੰਗ ਹੋ ਗਿਆ। ਨਹੀਂ, ਜੇ ਪਰਮਾਤਮਾ ਦੇ ਘਰ ਦਾ ਜਿਹੜਾ, ਜੇ ਤੂੰ ਮਨ ਨੂੰ ਸਾਫ਼ ਕਰਨਾ ਹੈ ਨਾ, ਤੇ ਉਹਦੇ ਵਾਸਤੇ ਤੈਨੂੰ ਨਾਮ ਦਾ ਇਸ਼ਨਾਨ ਕਰਨਾ ਪਵੇਗਾ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਪਰਿਐ ਮਤ ਪਾਪਾ ਕੈ ਸੰਗ। ਹਾਂ, ਸਰੀਰ ਤੇ ਅਸੀਂ ਮਿੱਟੀ ਨਾਲ ਧੋ ਲਿਆ, ਮੂਤ ਪਲੀਤੀ ਸੀ ਉਹ ਅਸੀਂ ਸਾਬੂਨ ਨਾਲ ਧੋ ਲਈ, ਪਰ ਜਿਹੜੀ ਮਤ ਸੀ ਉਹ ਵਾਲਾ ਮੈਥਡ ਇਹਦੇ ਵਿੱਚ ਨਾ ਅਪਣਾ। ਉਹ ਧੋਪੈ ਨਾਵੇ ਕੇ ਰੰਗ, ਉਹ ਨਾਮ ਦੇ ਰੰਗ ਦੇ ਵਿੱਚ, ਨਾਮ ਦੇ ਪਿਆਰ ਦੇ ਵਿੱਚ, ਨਾਮ ਦੀ ਪ੍ਰੀਤ ਦੇ ਵਿੱਚ ਨਾਮ ਕਰਕੇ ਉਹ ਧੋਪਿਆ ਜਾਣਾ ਹੀ, ਹੋਰ ਕੋਈ ਸੋਰਸ ਨਹੀਂ ਹੈ। ਮਨ ਨੂੰ ਮੈਲ, ਵਿਚਾਰ, ਮਨ ਕੀ ਨੇ? ਵਿਚਾਰ। ਤੇ ਵਿਚਾਰਾਂ ਨੂੰ ਮੈਲ ਲੱਗੀ ਹੋਵੇ ਤੇ ਉਹ ਫਿਰ ਵਿਚਾਰ ਦੇ ਨਾਲ ਹੀ, ਗੁਰੂ ਦੀ ਵਿਚਾਰ ਦੇ ਨਾਲ ਹੀ ਉਹ ਧੋਪੀ ਜਾਏਗੀ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹ। ਪੁੰਨੀ ਤੇ ਪਾਪੀ, ਮਾਰੇ ਕਹਿੰਦੇ ਨੇ ਪੁੰਨ ਤੇ ਪਾਪ। ਪਾਪ ਕੀ ਨੇ? ਮਾੜੇ ਵਿਚਾਰ। ਪਾਪ ਦੀ ਡੈਫੀਨੇਸ਼ਨ ਕੀ ਹੈ? ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਦੇਖੋ, ਪਾਪੀ ਨੂੰ ਬੜਾ ਪਿਆਰਾ ਹੁੰਦਾ ਹੈ। ਚੋਰ ਨੂੰ ਕਹੋ ਨਾ ਤੂੰ ਚੋਰੀ ਛੱਡ ਦੇ, ਨਹੀਂ ਛੱਡੇਗਾ, ਕਿਉਂਕਿ ਉਹਨੂੰ ਪਿਆਰ ਹੈ। ਸੱਜਣ ਨੂੰ ਕਿਹਾ ਸੀ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਕੀ ਕਰਨਾ ਹੈ? ਵਾਹਿਗੁਰੂ ਭੂਮੀਏ ਨੂੰ, ਤੇ ਭੂਮੀਆ ਕਹਿੰਦਾ ਮੈਂ, ਮਹਾਰਾਜ ਕਹਿੰਦੇ ਕੀ ਕਰਨਾ ਹੈ? ਕਹਿੰਦਾ ਮੈਂ ਚੋਰ ਹਾਂ। ਦੇਖੋ ਸੱਚਾਈ ਬੋਲਤੀ। ਮਹਾਰਾਜ ਕਹਿੰਦੇ ਕੰਮ ਕਰ, ਚੋਰੀ ਛੱਡ ਦੇ। ਕੀ ਕੰਮ ਪਿਆ ਇਹਨਾਂ ਵਿੱਚ? ਕਹਿੰਦਾ ਮਹਾਰਾਜ ਹੋਰ ਜੋ ਮਰਜ਼ੀ ਕਹਿ ਲਓ, ਇਹ ਮੇਰਾ ਖਾਨਦਾਨੀ ਕੰਮ ਹੈ, ਮੇਰੇ ਰਗ ਰਗ 'ਚ ਵਸਿਆ ਪਿਆ, ਇਹ ਨਹੀਂ ਮੈਂ ਛੱਡ ਸਕਦਾ। ਪਾਪ ਬੁਰਾ, ਪਾਪੀ ਕੋ ਪਿਆਰਾ। ਉਹਨੂੰ ਬੜਾ ਪਿਆਰ ਲੱਗਦਾ ਹੈ। ਮਹਾਰਾਜ ਨੇ ਕਿਹਾ ਨਹੀਂ ਛੱਡ ਸਕਦਾ, ਫਿਰ ਬਚਨ ਤੇ ਮੰਨ ਲੇਗਾ। ਤੇ ਮਹਾਰਾਜ ਨੇ ਬਚਨ ਦੱਸੇ। ਤੋ ਮਹਾਰਾਜ ਤੇ ਕਹਿੰਦੇ, ਕਬੀਰ ਪਾਪੀ ਭਗਤ ਨਾ ਪਾਵਈ। ਜਿਹੜਾ ਪਾਪੀ ਹੁੰਦਾ ਨਾ, ਉਹਨੂੰ ਭਗਤੀ ਨਾ, ਪ੍ਰਮਾਤਮਾ ਦੀ ਬੰਦਗੀ ਚੰਗੀ ਲੱਗਦੀ ਨਹੀਂ। ਹਰ ਪੂਜਾ ਨਾ ਸੁਹਾਏ। ਜਿੱਥੇ ਹਰੀ ਦੀ ਪੂਜਾ, ਹਰੀ ਦੀ ਗੱਲ ਹੋ ਰਹੀ ਹੋਏ, ਪਰਮਾਤਮਾ ਦੀ ਗੱਲ ਹੋ ਰਹੀ ਹੋਏ ਨਾ, ਉਹ ਨਹੀਂ ਟਿਕਦਾ ਉੱਥੇ। ਤੇ ਮਹਾਰਾਜ ਕਹਿੰਦੇ ਨੇ, ਮਾਖੀ ਚੰਦਨ ਪਰ ਹਰੇ, ਜਹ ਬਿਗੰਦ ਤਹ ਜਾਏ। ਮੱਖੀ ਹੁੰਦੀ ਹੈ ਨਾ, ਉਹਨੂੰ ਜਿੰਨੇ ਮਰਜ਼ੀ ਚੰਦਨ ਰੱਖ ਦੋ, ਉਹਦੇ ਉੱਤੇ ਨਹੀਂ ਬੈਠੇਗੀ। ਜਿੱਥੇ ਗੰਧ ਹੋਏਗਾ, ਦੁਰਗੰਧ ਹੋਏਗਾ, ਜਿੱਥੇ ਕੂੜਾ ਹੋਏਗਾ ਨਾ, ਮੱਖੀ ਦਾ ਸੁਭਾਅ ਹੈ ਉਸ ਕੂੜੇ ਵਿੱਚ ਬੈਠੇ। ਕਦੇ ਵੀ ਨੋਟ ਕਰ ਲਓ, ਮੱਖੀ ਕਦੀ ਵੀ ਚੰਦਨ ਹੋਵੇ, ਕੋਲ ਕੂੜਾ ਹੋਵੇ, ਤੇ ਕੂੜੇ ਤੇ ਹੀ ਬੈਠਦੀ ਹੈ। ਤੇ ਮਹਾਰਾਜ ਕਹਿੰਦੇ ਨੇ, ਜਦੋਂ ਤੂੰ ਗੁਰੂ ਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਕਰ ਲੇਗਾ, ਉਦੋਂ ਫਿਰ ਤੇਰਾ ਇਹ ਚਿੱਤ ਵੀ ਕਰਨ ਲੱਗ ਪਏਗਾ, ਤੇਰਾ ਨਾਮ ਜਪਣ ਤੇ ਚਿੱਤ ਕਰੇਗਾ। ਦੇਖੋ ਐਵੇਂ ਨਹੀਂ ਅਸੀਂ ਕਹਿੰਦੇ ਰੋਜ਼ ਅਰਦਾਸ ਵਿੱਚ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਅਰਦਾਸ ਕਰੋ ਕਿ ਟੁੱਟਿਆਂ ਦੀ ਸੰਗਤ ਕਦੀ ਨਾ ਹੋਵੇ, ਹਮੇਸ਼ਾ ਸੰਗ ਮਿਲੇ, ਉਹ ਪਿਆਰਿਆਂ ਦਾ ਮਿਲੇ। ਕਿਉਂ? ਕਿਉਂਕਿ ਜਿਹੜਾ ਨਾਮ ਸਾਨੂੰ ਮਿੱਠਾ ਨਹੀਂ ਲੱਗਦਾ, ਉਹ ਮਿੱਠਾ ਲੱਗਣ ਲੱਗ ਪਏਗਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਜਦੋਂ ਤੋਂ ਮੈਂ ਸੰਤਾਂ ਦਾ ਸੰਗ ਕਰਨ ਲੱਗ ਪਿਆ, ਨਾਮ ਜਪਣ ਵਾਲਿਆਂ ਦਾ ਸੰਗ ਕਰਨ ਲੱਗ ਪਿਆ, ਜਿਹੜਾ ਨਾਮ ਮੈਨੂੰ ਮਿੱਠਾ ਨਹੀਂ ਲੱਗਦਾ ਸੀ, ਪਰ ਜਿਉਂ-ਜਿਉਂ ਮੈਂ ਸੰਗਤ ਕਰਨ ਲੱਗ ਪਿਆ, ਮੈਨੂੰ ਇਹ ਨਾਮ ਮਿੱਠਾ ਲੱਗਣ ਲੱਗ ਪਿਆ। ਅੱਜ ਮੈਂ ਜਪਜੀ ਪੜ੍ਹਦਾ ਸੀ, ਮੈਨੂੰ ਆਨੰਦ ਆਉਂਦਾ ਸੀ, ਪਰ ਕੱਲ ਪੜ੍ਹੀ ਹੋਰ ਆ ਗਿਆ। ਜਿਉਂ-ਜਿਉਂ ਮੈਂ ਗੁਰੂ ਦੇ ਸ਼ਬਦ ਦੇ ਵਿਚਾਰ ਵਿੱਚ ਵੜਿਆ, ਮੈਨੂੰ ਹੋਰ ਆਨੰਦ ਆਉਣ ਲੱਗ ਪਿਆ। ਮੈਂ ਇੱਕ ਖੂਹ ਦੇ ਵਿੱਚ ਡੱਡੂ ਦੀ ਤਰ੍ਹਾਂ ਰਹਿ ਰਿਹਾ ਸੀ, ਪਰ ਜਦੋਂ ਮੈਂ ਝਾਤ ਮਾਰੀ ਸਮੁੰਦਰ ਵੱਲ, ਮੇਰੇ ਮੁਖ ਤੋਂ ਨਿਕਲਿਆ, ਵਾਹ ਪਰਮਾਤਮਾ, ਵਾਹ ਵਾਹ ਗੁਰੂ, ਤੂੰ ਇਤਨਾ ਮਹਾਨ ਹੈ। ਕਦੋਂ? ਜਦੋਂ ਮੈਂ ਸੰਤਾਂ ਦਾ, ਗੁਰੂ ਦੀ ਸੰਗਤ ਦਾ ਸੰਗ ਕੀਤਾ, ਮੈਨੂੰ ਪਤਾ ਲੱਗਿਆ ਇਹਦੇ ਵਿੱਚ ਇਤਨੀ ਮਿਠਾਸ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ।
ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਫਰੀਦ ਸਾਹਿਬ ਦੀ ਮਾਂ ਰੋਜ਼ ਰੱਖਦੀ ਸੀ ਨਾ ਮਿੱਠਾ ਲਾਲਚ ਵਾਸਤੇ ਬੱਚੇ ਨੂੰ, ਤੇ ਇੱਕ ਦਿਨ ਭੁੱਲ ਗਈ, ਕਿਸੇ ਕੰਮ ਤੇ ਗਈ ਤੇ ਅੱਜ ਹੁਣ ਘਬਰਾ ਰਹੀ ਇੱਕ, ਔਰ ਬਾਜ਼ਾਰ ਤੋਂ ਭੱਜਦੀ ਆ ਰਹੀ ਹੈ, ਕਿੱਥੇ ਕਬੀਰ ਇਬਾਦਤ ਤੋਂ ਉੱਠੇਗਾ, ਮੁਸੱਲੇ ਥੱਲੇ ਵੇਖੇਗਾ ਤੇ ਮਿੱਠਾ ਨਹੀਂ ਹੋਏਗਾ, ਤੇ ਫਿਰ ਅੱਜ ਉਹਦਾ ਕਿਧਰੇ ਮਨ ਹੀ ਟੁੱਟ ਨਾ ਜਾਏ। ਘਰ ਗਈ ਤੇ ਕਹਿਣ ਲੱਗੀ ਅੱਜ ਮਿੱਠਾ, ਤੇ ਉਹ ਕਹਿੰਦਾ ਅੱਜ ਉਹ ਮਿੱਠੇ ਦੀ ਮੈਨੂੰ ਲੋੜ ਨਹੀਂ ਹੈ ਮਾਂ, ਇਹ ਸਭ ਚੀਜ਼ਾਂ ਮਿੱਠੀਆਂ ਨੇ, ਮੰਨਿਆ ਮਿੱਠੀਆਂ ਨੇ। ਤੁਸੀਂ ਇਹ ਜਿੰਨੀਆਂ ਚੀਜ਼ਾਂ ਮਿੱਠੀਆਂ ਦੁਨੀਆ ਖਾਓਗੇ ਨਾ, ਇਹ ਬਾਅਦ ਵਿੱਚੋਂ ਇਹਦਾ ਸਵਾਦ ਕੋੜਾ ਹੀ ਹੋਏਗਾ ਜੀ। ਤੁਸੀਂ 2-4 ਗੁਲਾਬ ਜਾਮੁਨ ਇਕੱਠੇ ਖਾ ਲਓ, ਤੁਹਾਨੂੰ ਕਿਤਨਾ ਚਿਰ ਅੰਦਰ ਕੁੜਤਨ ਰਹੇਗੀ, ਹੈ ਮਿੱਠੀ ਸੀ। ਪਰ ਹੁੰਦਾ ਕੀ ਹੈ, ਜਿਹੜਾ ਸਾਖਤ ਹੁੰਦਾ ਹੈ ਉਹਨੂੰ ਮਿੱਠੀਆਂ ਲੱਗਦੀਆਂ ਨੇ। ਅੰਮ੍ਰਿਤ ਕੋੜਾ ਵਿਖਿਆ ਮਿੱਟੀ, ਸਾਖਤ ਕੀ ਬਿਦ ਨੈਨੋ ਡੀਠੀ। ਜਿਹੜਾ ਸਾਖਤ ਬੰਦਾ ਹੁੰਦਾ ਹੈ ਉਹਨੂੰ ਅੰਮ੍ਰਿਤ ਰੂਪੀ ਨਾਮ ਕੋੜਾ ਲੱਗਦਾ ਹੈ। ਅੰਮ੍ਰਿਤ ਕੋੜਾ ਵਿਖਿਆ ਮਿੱਠੀ, ਉਹਨੂੰ ਇਹ ਜਿਹੜੀ ਜ਼ਹਿਰ ਹੈ ਨਾ ਉਹ ਮਿੱਠੀ ਲੱਗਦੀ ਹੈ, ਕਿਉਂਕਿ ਉਹਦੇ 'ਚ ਸਵਾਦ ਆ ਰਿਹਾ ਹੁੰਦਾ। ਅੰਦਰ ਜ਼ਹਿਰ ਹੈ, ਬਾਹਰ ਜ਼ਹਿਰ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਜਦੋਂ ਪਿਕਚਰ ਵੇਖਣ ਜਾਂਦੇ ਹਾਂ ਨਾ ਕਿੰਨਾ ਸਵਾਦ ਆਉਂਦਾ ਹੈ। ਕਿਉਂ ਸਵਾਦ ਕਿਉਂ ਆ ਰਿਹਾ? ਸੰਗਤ ਜੀ ਕਿਉਂ ਨਹੀਂ ਸਵਾਦ ਆਉਂਦਾ? ਕਿਉਂਕਿ ਅੰਦਰ ਜੇ ਕੂੜ ਹੈ ਨਾ ਤੇ ਬਾਹਰ ਦੇ ਕੂੜ ਨਾਲ ਮੇਲ ਹੁੰਦਾ, ਤੇ ਕੂੜ ਕੂੜੇ ਨੇਹੋਂ ਲੱਗਾ, ਪਿਆਰ ਬਣ ਜਾਂਦਾ ਤੇ ਹੁੰਦਾ ਕਿ ਇਹ ਵਿਸਰਿਆ ਕਰਤਾਰ। ਪਰ ਜਦੋਂ ਸੰਤਾਂ ਦਾ ਸੰਗ ਕਰਾਂਗੇ, ਕਿਉਂ ਕਹੀਦਾ ਸੰਗਤ ਕਰੋ, ਸੰਗਤ ਕਰੋ? ਕਿਉਂਕਿ ਸੰਗਤ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਅਰੇ ਸਾਰੇ ਵਸਤੂ ਮਿੱਠੀਆਂ ਨੇ, ਪਰ ਰੱਬ ਦੇ ਮੁਕਾਬਲੇ ਕੋਈ ਵੀ ਮਿੱਠੀ ਨਹੀਂ ਹੈ। ਹੁਣ ਦੇਖੋ ਅੰਬ ਕਿੰਨਾ ਮਿੱਠਾ ਹੈ। ਹੁਣ ਅੰਬ ਆਏਗਾ ਗਰਮੀਆਂ 'ਚ, ਅਸੀਂ ਖਾਂਦੇ ਹਾਂ, ਅਸੀਂ ਕਹਿੰਦੇ ਰੱਬ ਕਿਸ ਤਰ੍ਹਾਂ ਤੋਂ ਮਿਠਾਸ ਪਾ ਦਿੱਤੀ ਹੈ, ਇੰਨਾ ਮਿੱਠਾ ਅੰਬ ਹੈ। ਤੇ ਜੇ ਪਿਆਰ ਵਾਲੇ ਜਿਹੜੇ ਹੁੰਦੇ ਨੇ ਨਾ, ਉਹ ਕਹਿੰਦੇ ਸੋਚਦੇ ਨੇ ਜੇ ਅੰਬ ਇੰਨਾ ਮਿੱਠਾ ਹੈ, ਅੰਬ ਨੂੰ ਬਣਾਇਆ ਕਿੰਨੇ? ਰੱਬ ਨੇ। ਤੇ ਰੱਬ ਕਿੰਨਾ ਮਿੱਠਾ ਹੋਏਗਾ, ਰੱਬ ਵਿੱਚ ਕਿੰਨੀ ਮਿਠਾਸ ਹੋਏਗੀ। ਜਿਹੜਾ ਇਸ ਗੱਲ ਨੂੰ ਕੁਦਰਤ ਨਾਲ ਵੀ ਗੱਲਾਂ ਕਰਨ ਲੱਗ ਪਏਗਾ, ਉਹ ਕਹੇਗਾ ਰੱਬਾ ਜੇ ਅੰਬ ਇੰਨਾ ਮਿੱਠਾ ਹੈ, ਇਹ ਤੂੰ ਬਣਾਉਣ ਵਾਲਾ, ਤੂੰ ਰਸ ਨਾ ਪਾਉਂਦਾ ਤੇ ਅੰਬ ਨੇ ਕਿੱਥੋਂ ਮਿੱਠਾ ਹੋਣਾ ਸੀ? ਤੇ ਜੇ ਅੰਬ ਇੰਨਾ ਮਿੱਠਾ ਹੈ ਬਣਾਉਣ ਵਾਲਿਆ, ਤੂੰ ਕਿੰਨਾ ਮਿੱਠਾ ਹੋਏਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜੜ ਦੇ ਨਾਲ ਜੋੜਿਆ, ਸਾਨੂੰ ਟਹਿਨੀਆਂ, ਪੱਤੀਆਂ, ਸ਼ਾਖਾ, ਫਲ ਫੁੱਲ ਦੇ ਨਾਲ ਨਹੀਂ ਜੋੜਿਆ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਮਾਨ ਮਾਨੇ। ਮਹਾਰਾਜ ਕਹਿੰਦੇ ਨੇ ਜਿਤਨੇ ਨੇ ਸੂਰਜ ਨੇ, ਜੇ ਸੂਰਜ ਨੂੰ ਲਾਈਟ ਹੀ ਨਾ ਦੇਵੇ ਰੱਬ, ਤੇ ਸੂਰਜ ਨਿਕਲ ਸਕਦਾ ਹੈ? ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਜੇ ਚੰਦਰਮਾ ਨੂੰ ਪਿੱਛੋਂ ਰੋਸ਼ਨੀ ਨਾ ਆਵੇ, ਚੰਦਰਮਾ ਨਿਕਲ ਸਕਦਾ ਹੈ? ਤਾਂ ਮਹਾਰਾਜ ਕਹਿੰਦੇ ਨੇ ਤੂੰ ਫਿਰ ਉਹਨੂੰ ਜਪ ਜਿਹਨੇ ਚੰਦਰਮਾ ਨੂੰ ਬਣਾਇਆ, ਉਹਨੂੰ ਜਪ ਜਿਹਨੇ ਸੂਰਜ ਨੂੰ ਬਣਾਇਆ। ਤਾਂ ਗੁਰੂ ਸਾਹਿਬ ਸਾਡਾ ਧਿਆਨ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਇੱਥੇ ਗੁਰੂ ਨਾਨਕ ਪਾਤਸ਼ਾਹ ਇਹੀ ਖਿਆਲ ਦੇ ਰਹੇ ਨੇ ਕਿ ਪੁੰਨੀ ਪਾਪੀ ਆਖਣ ਨਾਹੀਂ। ਇਹ ਖਾਲੀ ਆਖਣ ਦੀਆਂ ਗੱਲਾਂ ਨਹੀਂ, ਜੇ ਪੁੰਨ ਤੇ ਪਾਪ ਕਰ ਕਰ ਕਰਨਾ ਲਿਖ ਲੈ ਜਾ। ਜੋ ਜੋ ਅਸੀਂ ਕਰਮ ਕਰਾਂਗੇ ਉਹੀ ਫਲ ਪ੍ਰਾਪਤ ਹੋਣਾ ਹੈ। ਮਤ ਸੋਚੋ ਕਹਿਣ ਦੀਆਂ ਗੱਲਾਂ ਨੇ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕੜ ਬੀਜੇ ਜੱਟ, ਹੰਡੇ ਉੰਡ ਕਟਾਏਂਦਾ ਪੈਂਦਾ ਲੋੜੇ ਪੱਟ। ਹੁਣ ਇਹ ਬਿਜੋੜ ਦੀਆਂ ਨਾ ਇਹ ਦਾਗਾਂ ਹੁੰਦੀਆਂ ਨੇ। ਅੰਗੂਰ ਦੇਖੋ ਬੜੇ ਮਿੱਠੇ ਹੁੰਦੇ ਨੇ ਬਿਜੋੜ। ਇੱਕ ਪਠਾਨੀ ਇਲਾਕਾ ਹੈਗਾ, ਆਉਂਦੀਆਂ ਨੇ ਹਿੰਦੁਸਤਾਨ ਵਿੱਚ ਵੀ ਕਈ ਵਾਰੀ, ਬੜੀ ਮਿੱਠੀ ਹੁੰਦੀ ਹੈ। ਤੇ ਫਰੀਦ ਸਾਹਿਬ ਕਹਿੰਦੇ ਫਰੀਦ, ਕਿਉਂਕਿ ਫਰੀਦ ਸਾਹਿਬ ਮੁਸਲਮਾਨ ਸਨ, ਇਸਲਾਮ ਧਰਮ ਨਾਲ ਸੰਬੰਧਿਤ ਸਨ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕੜ ਬੀਜੇ ਜੱਟ। ਇੱਕ ਜੱਟ ਨੇ, ਇੱਕ ਭੋਲੇ ਬੰਦੇ ਨੇ ਕਿੱਕੜ ਬੀਜ ਦਿੱਤਾ, ਤੇ ਹੁਣ ਉਹ ਆਸ ਲਾਈ ਰੱਖਿਆ ਬਿਜੋੜ ਦੀਆਂ, ਮਿੱਠੇ ਅੰਗੂਰ ਦੀਆਂ। ਉਹ ਕਿਵੇਂ ਹੋ ਸਕਦੀਆਂ ਨੇ? ਪੈਂਦੇ ਲੋੜੇ ਪੱਟ, ਹੰਡੇ ਉੰਡ ਕਤਾਏਂਦਾ। ਹੁਣ ਅਸੀਂ ਸਾਰੀ ਉਮਰ ਕਪਾਹ ਬੀਜੀ ਹੋਵੇ ਤੇ ਅਸੀਂ ਰੇਸ਼ਮ ਦੀ ਆਸ ਕਰ ਰਹੀ ਹੋਈਏ, ਤੇ ਫਿਰ ਮਹਾਰਾਜ ਕਹਿੰਦੇ ਨੇ ਇਹ ਤੇਰਾ ਭੁਲੇਖਾ ਹੈ। ਜਿਹਾ ਬੀਜੇ ਸੋ ਲੂਣਾ, ਕਰਮਾ ਸੰਦੜਾ ਖੇਤ। ਇਸ ਖੇਤ ਰੂਪੀ ਸਰੀਰ ਦੇ ਵਿੱਚ ਜਿਹੜੀ ਖੇਤੀ ਬੀਜੇਗਾ ਉਹੀ ਉੱਗ ਕੇ ਆਏਗੀ। ਤੇ ਮਹਾਰਾਜ ਨਿਰਾਸ਼ ਨਹੀਂ ਕਰ ਰਹੇ। ਮਹਾਰਾਜ ਦੱਸ ਰਹੇ ਨੇ, ਦੇਖੋ
महाराज कहते ने ये मत जिहड़ी तेरी पापां करके मैली होई पई है ना, ये वसीले छड्ड दे, तीर्थां दे इशनान करन दे वसीले छड्ड ते निराश भी ना हो। मैं तैनूं तरीका दसना ये किस तरह ठीक होना है। देखो मत मैली हो जाए तो उन्होंने फिर कोई महाराज ढंग भी तो होएगा ना, कि महाराज कहते ने फिर की होंदा है, आपे बीज आपे ही खा, ये तैनूं खाना पैना ही बीज। इस करके जे तेरी मत मैली होई पई है उन्होंने नाम दे नाल धो लै, बस इक्को ही साधन है। ज्यों ज्यों तू उसनूं नाम दे नाल धोएगा तो तेरी जिहड़ी हुण असीं संगत करने आ ना, ये मत नूं धो रहे हैं, इनू धो रहे हैं। वो धोपे नावे के रंग। महाराज कहते ने निराश ना हो, उस जिहड़ी मैली तेरी मत होई पई है ना, उसनूं नाम दे रंग दे नाल धो। ते अगों महाराज कहते ने अखीर विच फिर फैसला दिंदे ने बई साडे जीवां दे हत्थ ते महाराज कहते ने कुछ भी नहीं है, असी कुछ भी महाराज नहीं कर सकते। फिर महाराज की है, महाराज कहते नानक हुक्मी हुक्मी आवो जाह। इत्थे जाहो नहीं पढ़ना, जाह पढ़ना है। असी कहते हैं जा फलानी जगह जा, असी यह नहीं कहते उत्थे जाओ जा। ये एक मैं पहला क्या जिहड़ी औंकड़ लगी है ये व्याकरण संबंधी है। ਇਹਦਾ भाव यही है कि एक वचन नाउन पुलिंग है, तो उस करके महाराज ने कई अखरां दे फिर औंकड़ लगी, असीं सारिਆਂ ਤੋਂ थोड़ा पढ़ रहे हैं, इत्थे भी नहीं पढ़नी। नानक हुक्मी आवो जा, महाराज कहते ने ये सारे जितने जीव ने ना महाराज ये तुहाडे हुक्म विच आउंदे ने ते हुक्म विच ही चले जांदे ने। इस करके महाराज सानू ये दस रहे ने कि इस खेती नूं, इस जमीन नूं तू की करना है। अगर तू माड़ी, क्योंकि देखो बंदा जदों माड़े काम करदा है ना तो उन्होंने बड़ा मज़ा आता है, स्वाद आता है। निमक काम स्वाद कारण कोड दिनिस दुख पावै। मारे कहते ना घड़ी मौत रंग माणे फिर बोर बोर पछतावै। एक घड़ी का रंग मानन वास्ते काम निमक काम स्वाद कारण, तो फिर घड़ी घड़ी वो दुख पाउंदा है ना। तो महाराज कहते ने जेड़ा बीज बूएगा उही तैनूं वड्ढना पेगा। बंदा बीजन वक्त बड़ा खुश होंदा है, कट्टना पैंदा है ना जदों वो कट के प्रफुल्लित हो जाता है। एक बीज छोटा होंदा है ना, जदों वो विशाल होंदा है ना, एक अंब दा गिटक ही बोई दी है ना, किन्ने ही अंब मिलते हैं है ना। एक अंब की गिटक बोई दी है ना, किन्ने ही फल मिल जाते हैं। तो जे एक माड़ा बीज असी बोने तो सानू किन्ने गुणा होके सानू मिलता है वह फल। तो महाराज पता की कहते हैं, तत्त की कह रहे हैं। महाराज कहते तू अपना बीज ही बदल लै। जिहड़ा तेरा माड़ा बीज है ना, विकारां दा बीज है, ਉਹਦੇ ਵਿੱਚ नाम बीज संतोख सुहागा रख गरीबी वेस। तू बीज ही बदल लै, गल ही खत्म हो गई। जदों बीज ही बदलिया गया, जे नाम का बीज पा देंगे ਉਹਦੇ ਵਿੱਚੋਂ की प्रफुल्लित होएगा? दया, धर्म, धीरज, सत, संतोख, ज्ञान, सतगुर दी विचार, चंगे फुरने, ये सब चीज़ां इस बीज दे विचों निकलणगियां। क्योंकि नाम ही एक बीज है। संसार दे विच कल युग विच की है? एक नाम बोबो बोबो अब कल्लू आयो रे। मारे कहते कल युग विच एक नाम ही है। अनरुत नाही नाही मत भरम भूलो भूलो। कहते होर कोई रुत नहीं जे। अगर कल युग विच एक जिहड़ा कोई बचा सकता है वो सिर्फ नाम है। नाम के तारे सगले जंत, नाम के तारे खंड ब्रह्मंड, नाम के तारे सिमरत बेपुराण, नाम के तारे सुनन ज्ञान त्या। एक नाम ही तू बदल, तू बीज ही बदल लै, तू गल ही मुका दे। जे तू ये अंदर माड़ा बोल के ते परेशान होना है। महाराज कहते ने जिस तरह पानी मैल जिहड़ी खे उतारदी है, मूत पलीती होंदी है, वो सिर्फ साबू नाल धोती जाती है। भलिया मैं तैनूं समझाना चाहना वा, ये मत भी है ना जिहड़ी वो बीज बदलन नाल होएगी, वो नाम दा बीज बोला है। तो आपे बीज आपे ही खा। गल क्लीयर हो गई। जे वजह हुण बीज बोवांगे वो सानू वड्ढन वक्त वो खाना पैंदा ना। एक ने किसी दी बड़ी निंदा कीती सी, ते जिहड़ा निंदा करदा दूजे दा भार चुकदा है।
ਤੇ ਉਹਨੇ ਫਿਰ ਕੋਈ ਮਹਾਂਪੁਰਖ ਆਏ, ਉਹਦੀ ਨਿੰਦਾ ਕੀਤੀ। ਉਹਨੇ ਕਿਹਾ ਕੀ ਕਰਨਾ ਹੈ? ਉਹਨੇ ਕਿਹਾ ਦੇ ਫਿਰ ਦਕਸ਼ਨਾ ਦੇ। ਉਹ ਗੁੱਸੇ ਵਿੱਚ ਸੀ, ਉਹਨੇ ਘੋੜੇ ਦੀ ਲਿੱਦ ਥੋੜੀ ਜਿਹੀ ਦੇ ਦਿੱਤੀ। ਹੁਣ ਜਦ ਉਹਦੇ ਕਰਮ ਬਣੇ, ਜਦੋਂ ਕਰਮ ਬਣ ਕੇ ਫੁੱਟਦੀ ਏ, ਤੇ ਜਦ ਉਹਨੇ ਕਿਹਾ ਜੀ ਹੁਣ ਤੁਹਾਡੇ ਕਰਮ ਬਣੇ ਨੇ, ਇੰਨੇ ਲਿੱਦਾਂ ਦਾ ਪਹਾੜ ਹੋਇਆ ਪਿਆ, ਹੁਣ ਤੁਹਾਨੂੰ ਖਾਣੀ ਪਏਗੀ। ਹੁਣ ਦਿੱਤੀ ਤੇ ਉਹਨੇ ਥੋੜੀ ਜਿਹੀ ਸੀ, ਪਰ ਉਹ ਕਈ ਗੁਣਾ ਉਹ ਜਿਹੜੀ ਲਿੱਦ ਸੀ ਉਹਨੂੰ ਐਨੀ, ਉਹ ਕਹਿੰਦਾ ਭਾਈ ਮੈਂ ਤਾਂ ਨਹੀਂ ਖਾ ਨਹੀਂ ਸਕਦਾ, ਕਿਉਂਕਿ ਵੱਢਣ ਤੋਂ ਬਾਅਦ ਜਦੋਂ ਪ੍ਰਫੁੱਲਤ ਹੁੰਦੀ ਹੈ ਖਾਣੀ ਪਵੇ। ਜਦੋਂ ਇਹ ਮਾੜੇ ਕਰਮ ਕਰਕੇ ਜਦੋਂ ਸਾਨੂੰ ਸਜ਼ਾਵਾਂ ਮਿਲਦੀਆਂ ਨੇ, ਉਸ ਵੇਲੇ ਫਿਰ ਅਸੀਂ ਸਹਾਰ ਨਹੀਂ ਪਾਉਂਦੇ। ਫਿਰ ਉਹਨੇ ਪਰਮਾਤਮਾ ਅੱਗੇ ਬੇਨਤੀਆਂ ਅਰਦਾਸਾਂ ਕੀਤੀਆਂ, ਮਹਾਰਾਜ ਮੈਂ ਇੰਨੀ ਲਿੱਦ ਨਹੀਂ ਖਾ ਸਕਦਾ, ਇੰਨੀ ਲਿੱਦ ਮੈਂ ਕਿੱਥੋਂ ਖਾਵਾਂਗਾ? ਉਹਨੇ ਕਿਹਾ ਬੋਈ ਵੀ ਤੇ ਤੂੰ ਹੀ ਸੀ ਨਾ, ਬੀਜ ਛੋਟਾ ਹੁੰਦਾ ਹੈ, ਹੁਣ ਇੰਨੀ ਲਿੱਦ ਰੋਜ਼ ਖਾਣੀ ਪੈ ਜਾਏ ਕਿਸੇ ਨੂੰ, ਖਾ ਸਕਦਾ ਕੋਈ? ਫਿਰ ਉਹਨੇ ਕਿਹਾ ਪਰਮਾਤਮਾ ਅੱਗੇ, ਫਿਰ ਜੁਗਤੀ ਦੱਸੀ ਨਾਮ ਜਪਣ ਵਾਲਿਆਂ ਨੇ, ਇਸ ਨੂੰ ਸਾਰੇ ਨੂੰ ਅੱਗ ਲਗਾ ਨਾਮ ਦੇ ਨਾਲ, ਕਿਉਂਕਿ ਨਾਮ ਹੈ ਨਾ ਜਿਹੜਾ, ਇਹ ਸਾਰੇ ਮਾੜੇ ਕਰਮ ਸਾੜ ਦਿੰਦਾ ਹੈ। ਉਹਨੇ ਅੱਗ ਲਾਈ, ਇਤਨਾ ਭਾਂਬੜ ਮੱਚੇ, ਉਹ ਸਾਰੀ ਰਾਖ ਇਕੱਠੀ ਕੀਤੀ, ਐਨੀ ਜੀ ਰਹਿ ਗਈ। ਫਿਰ ਉਹ ਮਹਾਤਮਾ ਕਹਿੰਦਾ ਇਹ ਤੇ ਤੈਨੂੰ ਖਾਣੀ ਪੈਣੀ ਹੈ, ਤਾਂ ਹੀ ਤੇਰੇ ਪਾਪਾਂ ਦਾ ਭਾਰ ਉਤਰਨਾ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਇਹ ਪਾਪ ਚੜਾਉਣਾ ਹੀ ਕਿਉਂ ਹੈ? ਤੂੰ ਇਸ ਕਰਕੇ ਬੀਜ ਹੀ ਬਦਲ ਲੈ। ਆ ਤੈਨੂੰ ਮੈਂ ਤੈਨੂੰ ਬੀਜ ਹੀ ਨਾਮ ਬੀਜ, ਨਾਮ ਦਾ ਬੀਜ ਬੋ। ਫਿਰ ਕੀ ਹੋਏਗਾ? ਤੇਰੇ ਅੰਦਰ ਨਿਮਰਤਾ ਆ ਜਾਏਗੀ, ਤੇਰੇ ਅੰਦਰ ਸ਼ੁਭ ਗੁਣ ਆ ਜਾਣਗੇ, ਦੈਵਿਕ ਗੁਣ ਆ ਜਾਣਗੇ, ਜੋ ਤੈਨੂੰ ਪਰਮਾਤਮਾ ਦੇ ਨੇੜੇ ਲੈ ਜਾਣਗੇ। ਕੀ ਹੋਏਗਾ? ਫਿਰ ਆਉਣ ਜਾਣ ਦਾ ਗੇੜਾ ਹੀ ਮੁੱਕ ਜਾਏਗਾ। ਨਾਨਕ ਹੁਕਮੀ ਆਵੋ ਜਾ। ਇਸ ਕਰਕੇ ਉਸ ਦੇ ਹੁਕਮ ਦੇ ਵਿੱਚ ਹੀ ਬੰਦਾ ਆ ਰਿਹਾ ਹੈ, ਜਾ ਰਿਹਾ ਹੈ। ਪਰ ਜੇ ਇਹਦੇ ਹੁਕਮ ਨੂੰ ਹੀ ਮੰਨ ਲਈਏ, ਆਉਣਾ ਜਾਣਾ ਹੀ ਮੁੱਕ ਜਾਏਗਾ। ਸੋ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਉਹ ਦਾਸ ਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ। ਬਹੁਤ